सत्कार दोस्तों, सत श्री अकाल। उम्मीद है ठीक ठाक होगे। ये खत नहीं, कविता नहीं, सुनेहा है जिहड़ा तुहाडे सब मित्रों तक पहुँच गया होवेगा। उस सुनेहे ने तुहानू भी उवें जोड़िया होवेगा जिवें मैनू। हाँ, किसे नू घट, किसे नू वध, पर होया तो सब नू होएगा। कई अजीब सोच साडी, हमेशा सच चाहुंदे आ, सच बोलना चाहुंदे आ, सच सुनना चाहुंदे आ, तो शायद सच होना भी चाहुंदे। पर एक घड़ी इहो जी भी आउंदी है साडी सारियां दी जिंदगी विच, जदों असीं कहंदे आ यार रब्बा ये झूठ ही हो जावे, पर उन्हें उवें ही झूठ नहीं होना हुंदा, सच ही रहना हुंदा है। क्योंकि असीं सच जो चाहुंदे हैं तां यही सच दरवेश हो गया। वो जिया भी सच ते ना जिउंदा भी सच हो के साडे नाल नाल अपनी कविता विच दी, अपनी रूह विच दी, अपनियां यादां विच दी। 1987-88 ਦੇ करीब मेरी अपनी जिंदगी एक इहो जिहा मोड़ आया जिहड़ा मैं कदी सोचिया विचारिया चाह नहीं सी। शायद अंदरों अंदर किते इसदी भी रीझ होवे, इच्छा होवे, तमन्ना होवे। अचानक हरजीत दा दूरदर्शन तो जलंधर तो फोन आया भी तू कच्छ दियां मुंदरां दी कंपेयरिंग करनी है। चलो, उस तो बाद दूजा प्रोग्राम, तीजा प्रोग्राम, चौथा प्रोग्राम, वन सवन्ने प्रोग्राम ते नाल दी नाल स्क्रिप्ट राइटिंग ते अदाकारी, निर्देशना वगैरह वाले पासे भी थोड़ा बहुत रुझान हुंदा गया। जां कह लो कि हरजीत ने मैनू इधर ला ही लिया एक कंपेयरिंग वजों मेरी अप्रूवल लेके। ये भी एक इतफाक ही समझो कि उन्हां वेलियां विच मैं जीरे पढ़ाउंदा सा ते जीरे दे लागे लागे दे ही बल्कि शायद मेरे लागे लागे दे किन्ने ही इलाकों चों, माझा, मालवा, दुआबा, सारियां चों कवि पुराना तो कदे नहीं हुंदा, वो हमेशा नवां हुंदा। पर असीं नवे मेहमान नूं नवां ही आखदे हां। सो उदों जिस तरह साडे आम कहण दा रिवाज है, काफ़ी नवे चेहरे लेखकां दे मेरे संपर्क विच आए। कुछ दूरदर्शन करके कईयां नाल दोबारा मुलाकात हुई तां करके, कुछ एक जीरा इन्ने क सेंटर सीगा कि मालवे तो लोगों का मेल जोल, जलंधर जान करके उन्हों का मेल जोल, तो आप मैं
ਮਾਝੇ 'ਚ ਟਿਕਿਆ ਸਾਂ ਉਹਨਾਂ ਦੇ ਨਾਲ ਮੇਲ ਜੋਲ ਹੋਇਆ ਅਤੇ ਇਸ ਮੇਲ ਦੀ ਲੜੀ ਦਾ ਸਭ ਤੋਂ ਪਹਿਲਾ ਕਹਿ ਲਓ, ਪਿਆਰਾ ਕਹਿ ਲਓ, ਮੋਹਰਲਾ ਕਹਿ ਲਓ, ਮਣਕਾ ਦਰਸ਼ਨ ਦਰਵੇਸ਼ ਬਣਦਾ। ਪਰ ਦਰਵੇਸ਼ ਤੋਂ ਪਹਿਲਾਂ ਉਸ ਮਿੱਤਰ ਦੀ ਗੱਲ ਜਿਹੜਾ ਅੱਜ ਦਸਤਾਵੇਜ਼ ਰਾਹੀਂ ਦਰਸ਼ਨ ਦਰਵੇਸ਼ ਨੂੰ ਫਰੋਲ ਰਿਹਾ ਹੈ, ਉਸ ਦੇ ਦੋਸਤਾਂ ਵਿੱਚ ਦੀ ਅਤੇ ਉਸ ਦੇ ਦੋਸਤਾਂ ਵਿੱਚ ਦੀ ਉਸ ਨੂੰ ਲੱਭ ਰਿਹਾ ਹੈ। ਮੇਰੇ ਮਾਝੇ ਦਾ ਮਾਣ ਨਾਲ ਮੈਨੂੰ ਚਾਚਾ ਵੀ ਆਖਦਾ, ਪਿਆਰੀ ਕਵਿਤਾ ਲਿਖਦਾ ਹੈ, ਭਲਾ ਬੰਦਾ ਹੈ। ਇਸ ਦੀ ਸ਼ਾਇਦ ਇੱਕੋ ਇੱਕ ਕਿਤਾਬ ਹੈ, ਮੀਲ ਪੱਥਰਾਂ ਬਿਨ ਸ਼ਾਇਰ, ਮੀਲ ਪੱਥਰਾਂ ਬਿਨ ਸ਼ਾਇਰ। ਇਹ ਸ਼ਾਇਦ ਅੰਮ੍ਰਿਤਸਰ ਅੱਖਰ ਦੇ ਅਦਾਰੇ ਵਿੱਚ ਰਿਲੀਜ਼ ਵੀ ਦਾਸ ਨੇ ਕੀਤੀ ਸੀਗੀ ਕਿਸੇ ਲੰਬੇ ਵਿਸਥਾਰ ਤੋਂ ਬਾਅਦ। ਤਾਂ ਜਗਜੀਤ ਲਿਖਦਾ, ਜਿਹਦੀ ਗੱਲ ਮੈਨੂੰ ਦਰਵੇਸ਼ 'ਤੇ ਢੁਕਦੀ ਲੱਗਦੀ ਹੈ, ਇਸ ਰਾਹ 'ਤੇ ਅੰਬਾਂ ਦੇ ਰੁੱਖ ਤਾਂ ਹਨ, ਇਹਨਾਂ 'ਤੇ ਕੋਇਲ ਵੀ ਬੈਠਦੀ ਹੈ, ਪਰ ਨਾ ਜਾਣੇ ਕਿਉਂ ਉਹ ਹੁਣ ਗਾਉਂਦੀ ਰੋਣ ਲੱਗ ਪੈਂਦੀ ਹੈ। ਜਗਜੀਤ, ਕਦੋਂ ਅਹਿਸਾਸ ਹੋ ਗਿਆ ਤੈਨੂੰ ਇਹ ਕਿ ਕੋਇਲਾਂ ਗਾਉਂਦੀਆਂ ਨਹੀਂ, ਅਸਲ ਵਿੱਚ ਰੋਂਦੀਆਂ ਨੇ? ਇੱਕ ਮਿੱਥ ਪ੍ਰਚਲਿਤ ਕਿ ਕੋਇਲ ਜਦੋਂ ਕੱਚੀ ਅੰਬੀ ਨੂੰ ਚੁੰਝ ਮਾਰਦੀ ਹੈ ਅਤੇ ਉਸ ਦੇ ਨਾਜ਼ੁਕ ਗਲੇ ਨੂੰ ਉਹ ਖਟਾਸ ਇੰਨਾ ਕੁ ਤੜਪਾਉਂਦੀ ਹੈ ਕਿ ਉਸ ਦੇ ਅੰਦਰੋਂ ਜਿਹੜੀ ਹੂਕ ਨਿਕਲਦੀ ਹੈ ਉਹ ਹੀਕ ਬਣ ਜਾਂਦੀ ਹੈ। ਦਰਵੇਸ਼ ਵੀ ਇਸ ਤਰ੍ਹਾਂ ਹੀ ਹੂਕ, ਹੀਕ ਅਤੇ ਹੌਕੇ ਦਾ ਪੈਂਡਾ ਕਰਦਾ ਕਰਦਾ ਕਿੱਥੋਂ ਤੁਰ ਕੇ ਕਿੱਥੋਂ ਤੱਕ ਅੱਪੜਿਆ, ਇਹ ਸਾਰੇ ਤੁਸੀਂ ਜਾਣਦੇ ਹੋ। ਪਹਿਲੀ ਕਿਤਾਬ ਉਸ ਦੀ ਉਦਾਸ ਸਿਰਲੇਖ। ਇਹ ਕਿਤਾਬ ਜਿਨ੍ਹਾਂ ਖੂਬਸੂਰਤ ਸ਼ਬਦਾਂ ਨਾਲ, ਖੂਬਸੂਰਤ ਲਿਖਾਈ ਦੇ ਨਾਲ ਅਤੇ ਖੂਬਸੂਰਤ ਮਿਲਾਪੜੇ ਸੁਭਾਅ ਦੇ ਨਾਲ ਉਹ ਮੈਨੂੰ ਪੇਸ਼ ਕਰਦਾ, ਉਹਨੇ ਮੈਨੂੰ ਅੱਜ ਤੱਕ ਇਹਨੂੰ ਸਾਂਭ ਕੇ ਰੱਖਣ ਲਈ ਆਖਿਆ, ਪ੍ਰੇਰਿਆ, ਅਤੇ ਇਹ ਹਮੇਸ਼ਾ ਮੇਰੇ ਨਾਲ ਰਹੀ ਹੈ। ਪਤਾ ਨਹੀਂ ਮੈਂ ਇਹਨਾਂ ਸ਼ਬਦਾਂ ਦੇ ਯੋਗ ਕਦੀ ਹੋਇਆ ਵੀ ਹਾਂ ਕਿ ਨਹੀਂ। ਉਸ ਦੇ ਸ਼ਬਦ ਨੇ ਖੂਬਸੂਰਤ ਖਿਆਲਾਂ ਦੇ ਸੰਜੀਦਾ ਸ਼ਾਇਰ ਅਤੈ ਸਿੰਘ ਲਿਖੇ। ਦਰਸ਼ਨ ਦਰਵੇਸ਼ 12/3/99। ਗੱਲ ਲੰਬੀ ਹੋ ਜਾਏਗੀ। ਇਸ ਕਿਤਾਬ 'ਤੇ ਪੇਪਰ ਪੜ੍ਹਨ ਵਾਸਤੇ ਮਲੋਟ ਗਿਆ, ਬਹੁਤ ਲੰਬਾ ਅਜੀਬ ਪੈਂਡਾ ਸੀ, ਪਰ ਦਰਵੇਸ਼ ਦਾ ਹੁਕਮ ਸੀ, ਜਾਣਾ ਸੀ। ਉਦੋਂ ਇਹਨੇ ਮੁੰਡੇ ਨੇ ਬਹੁਤ ਸੋਹਣੀ ਪੱਗ ਬੱਧੀ ਸੀਗੀ, ਬੜਾ ਪਿਆਰਾ ਲੱਗ ਰਿਹਾ ਸੀਗਾ। ਪਿਆਰਾ ਤਾਂ ਹਮੇਸ਼ਾ ਲੱਗਦਾ ਵਾ, ਕਿਉਂਕਿ ਉਸ ਦੀ ਕਵਿਤਾ ਬਹੁਤ ਪਿਆਰੀ ਹੈ। ਉਦਾਸ ਸਿਰਲੇਖ ਵਿੱਚੋਂ ਕੁਝ ਸਤਰਾਂ ਸੁਣ ਕਿ ਉਰਾਂ ਕੰਨ ਕਰਕੇ ਸੁਣ। ਇਕੱਲਤਾ ਉਦਾਸ ਹੁੰਦੀ ਹੈ, ਆਪਣੇ ਸੁਪਨਿਆਂ 'ਚੋਂ ਮਨਫੀ ਹੋਣ ਤੋਂ ਬਾਅਦ ਮਾਹੌਲ ਇਕੱਲਾ ਹੈ, ਤਾਈਓਂ ਉਦਾਸ ਹੈ। ਮਾਹੌਲ ਇਕੱਲਾ ਹੈ, ਤਾਈਓਂ ਉਦਾਸ ਹੈ।
ਗੀਤ ਲਿਖਦਾ ਵੀ ਕਮਾਲ ਕਰਦਾ ਏ। ਸਾਜ਼ਾਂ ਨਾਲੋਂ ਤਾਰ ਟੁੱਟ ਗਈ, ਮਾਣ ਡੋਲਿਆ ਸਜੰਦਿਆਂ ਦਾ ਸਾਡਾ, ਮਿਲਦਾ ਸੀ ਰੋਜ਼ ਆਣ ਕੇ, ਕਿੱਥੇ ਖੋ ਗਿਆ ਅੰਬਰ ਦਾ ਤਾਰਾ, ਭੰਗੜੇ ਦੀ ਲੁੱਡੀ ਰੁੱਸ ਗਈ, ਬੀਨ ਬੋਲੇ ਨਾ ਬੁੱਲਾਂ ਨਾਲ ਖਹਿ ਕੇ। ਹਾਂ, ਉਹ ਅੰਬਰ ਦਾ ਤਾਰਾ ਹੀ ਹੋਇਆ, ਭਾਵੇਂ ਕਿਸ ਉਮਰੇ ਵੀ ਗਿਆ। ਸਾਡੇ ਲਈ ਉਹ ਸ਼ਿਵ ਦੀ ਆਖਣ ਅਨੁਸਾਰ ਜੋਬਨ ਉੱਤੇ ਗਿਆ। ਸ਼ਾਇਰ ਸ਼ਾਇਰੀ ਹਮੇਸ਼ਾ ਰੁੱਤ ਨਹੀਂ ਵੇਖਦੀ, ਰੁੱਤ ਨਹੀਂ ਵੇਖਦੀ। ਜਦੋਂ ਇਸ ਨੇ ਆਉਣਾ ਆਉਂਦੀ ਏ, ਜਦੋਂ ਜਾਣਾ ਚਲੇ ਜਾਂਦੀ ਏ। ਦਰਵੇਸ਼ ਵੀ ਇਸ ਤਰ੍ਹਾਂ ਅਸ਼ੋਕਲੇ ਜੇ ਸਾਡੇ ਕੋਲ ਆਇਆ, ਸਾਡੇ ਮਨਾਂ 'ਚ ਉਤਰਿਆ, ਮਨਾਂ 'ਚ ਹੀ ਵਸ ਗਿਆ, ਸਾਡੇ ਮਨਾਂ ਦਾ ਹੀ ਹੋ ਗਿਆ। ਤੇ ਇਸ ਤਰ੍ਹਾਂ ਉਹ ਜਾ ਕੇ ਵੀ ਨਹੀਂ ਗਿਆ। ਅਸੀਂ ਆਪੋ ਆਪਣੇ ਕੰਢਿਆਂ 'ਤੇ ਖਲੋ ਕੇ ਇੱਕ ਦੂਜੇ ਨੂੰ ਆਵਾਜ਼ਾਂ ਮਾਰਦੇ ਹਾਂ। ਅਸੀਂ ਬੋਲਾਂ ਦੇ ਪੁਲਾਂ ਨੂੰ ਸਾਂਝ ਆਖਦੇ ਹਾਂ। ਬਾਕੀ ਫਿਰ